ਜਿਹੜੇ ਨਤੀਜੇ ਆ ਉਹ ਵਿਦਿਆਰਥੀਆਂ ਬਹੁਤ ਜ਼ਿਆਦਾ ਲੇਟ ਹੋ ਰਹੇ ਆ ਤੇ ਅਗਲੀ ਐਡਮਿਸ਼ਨਾਂ ਨਹੀਂ ਮਿਲ ਰਹੀਆਂ। ਇਸ ਬਾਰੇ ਤੁਸੀਂ ਕੀ ਕਹੋਗੇ? ਕਿ ਵਿਦਿਆਰਥੀ ਪ੍ਰਾਇੋਰਟੀ ਨਹੀਂ ਹੈ, ਉਹਨਾਂ ਦੀ ਜਿਹੜੀ ਮਹੱਤਵ ਹੈ ਵਿਦਿਆਰਥੀਆਂ ਨੂੰ ਨਹੀਂ ਦਿੱਤਾ ਜਾਂਦਾ। ਉਹਨਾਂ ਦੇ ਨਤੀਜੇ ਲੇਟ ਹੋਣ, ਅੱਗੇ ਐਡਮਿਸ਼ਨ ਮਿਲੇ ਨਾ ਮਿਲੇ, ਉਹਦੇ ਨਾਲ ਸਿੱਖਿਆ ਤੰਤਰ ਦਾ ਕੋਈ ਲੈਣਾ ਦੇਣਾ ਰਿਹਾ ਨਹੀਂਗਾ। ਸਰਕਾਰਾਂ ਬਦਲਦੀਆਂ ਰਹਿੰਦੀਆਂ, ਕਦੀ ਕਿਸੇ ਦੀ, ਕਦੀ ਕਿਸੇ ਦੀ, ਕਦੀ ਕਿਸੇ ਦੀ। ਜੇ ਅੱਜ ਵੀ ਵਿਦਿਆਰਥੀਆਂ ਨੂੰ ਦਿੱਕਤ ਆ ਰਹੀ ਹੈ ਤੇ ਇਹਦਾ ਮਤਲਬ ਇਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਦੇ ਜਿਹੜਾ ਵਿਦਿਆਰਥੀਆਂ ਦੀ ਵਿੱਦਿਆ ਦਾ ਪ੍ਰਬੰਧ ਉਹਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ। ਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਸ਼ਾ ਆ, ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜੇ ਵਿਦਿਆਰਥੀਆਂ ਦੇ ਨਤੀਜੇ ਜਿਹੜੇ ਦਾਖਲੇ ਆ ਉਹ ਸਿਰਫ ਇਸ ਕਰਕੇ ਰੱਦ ਹੋ ਜਾਣ ਕਿ ਪਿਛਲੀ ਕਲਾਸ ਦਾ ਨਤੀਜਾ ਨਹੀਂ ਆਇਆ ਹੋਇਆ ਤੇ ਇਹਦੇ 'ਚ ਉਹਨਾਂ ਦਾ ਕੋਈ ਕਸੂਰ ਹੈ ਨਹੀਂ। ਪੰਜਾਬੀ ਯੂਨੀਵਰਸਿਟੀ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਸ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਕਿਉਂਕਿ ਉਹਨਾਂ ਦੇ ਨਤੀਜੇ ਹੁਣ ਤੱਕ ਨਹੀਂ ਆਏ, ਜਿਸ ਦੇ ਚੱਲਦੇ ਵੱਖ-ਵੱਖ ਜਿਹੜੀਆਂ ਕਲਾਸਾਂ ਨੇ, ਜਮਾਤਾਂ ਨੇ, ਉਹਨਾਂ ਦੇ ਜਿਹੜੇ ਵਿਦਿਆਰਥੀ ਨੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ, ਜਿਸ ਦੇ ਚੱਲਦਿਆਂ ਉਹਨਾਂ ਦੇ ਜਿਹੜੀਆਂ ਅਗਲੀਆਂ ਕਲਾਸਾਂ ਵਿੱਚ ਜਿਹੜੀ ਐਡਮਿਸ਼ਨ ਹੋਈ ਆ ਉਹ ਰੱਦ ਤੱਕ ਕੀਤੀ ਜਾ ਚੁੱਕੀ ਹੈ। ਸੋ ਉਸ ਸੰਬੰਧੀ ਅਸੀਂ ਬਾਈ ਵਰਿੰਦਰ ਜੀ ਨੇ ਜੋ ਵਿਦਿਆਰਥੀ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਸ ਬਾਰੇ ਜਾਣਾਂਗੇ ਕਿ ਜਿਹੜੇ ਯੂਨੀਵਰਸਿਟੀ ਵੱਲੋਂ ਜਿਹੜੇ ਨਤੀਜੇ ਲੇਟ ਕੀਤੇ ਜਾ ਰਹੇ ਨੇ, ਕਿਉਂ ਕੀਤੇ ਜਾ ਰਹੇ ਨੇ ਤੇ ਅੱਗੇ ਜਿਹੜੀ ਇਹਨਾਂ ਦੀ ਜਥੇਬੰਦੀ ਆ ਇਸ ਸੰਬੰਧੀ ਕੀ ਕਹਿਣਾ ਚਾਹੁੰਦੀ ਹੈ। ਸੋ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੇ ਨਤੀਜੇ ਆ ਉਹ ਵਿਦਿਆਰਥੀਆਂ ਬਹੁਤ ਜ਼ਿਆਦਾ ਲੇਟ ਹੋ ਰਹੇ ਆ ਤੇ ਅਗਲੀ ਐਡਮਿਸ਼ਨਾਂ ਨਹੀਂ ਮਿਲ ਰਹੀਆਂ। ਇਸ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਜਿਹੜੇ ਨਤੀਜੇ ਲੇਟ ਹੋਣਾ ਮਤਲਬ ਉਹ ਸਾਡੀ ਜਿਹੜਾ ਸਿੱਖਿਆ ਦਾ ਤੰਤਰ ਆ ਉਹਦੇ ਵਿੱਚ ਜਿਸ ਤਰੀਕੇ ਨਾਲ ਵਿਦਿਆਰਥੀ ਜਿਹੜੇ ਆ ਉਹ ਹਾਸ਼ੀਆਕ੍ਰਿਤ ਕੀਤੇ ਗਏ ਆ। ਹਾਸ਼ੀਆਕ੍ਰਿਤ ਤੋਂ ਮੇਰਾ ਕੀ ਭਾਵ ਹੈ ਕਿ ਵਿਦਿਆਰਥੀ ਪ੍ਰਾਇੋਰਟੀ ਨਹੀਂ ਹੈ, ਉਹਨਾਂ ਦੀ ਜਿਹੜੀ ਮਹੱਤਵ ਹੈ ਵਿਦਿਆਰਥੀਆਂ ਨੂੰ ਨਹੀਂ ਦਿੱਤਾ ਜਾਂਦਾ। ਉਹਨਾਂ ਦੇ ਨਤੀਜੇ ਲੇਟ ਹੋਣ, ਅੱਗੇ ਐਡਮਿਸ਼ਨ ਮਿਲੇ ਨਾ ਮਿਲੇ, ਉਹਦੇ ਨਾਲ ਸਿੱਖਿਆ ਤੰਤਰ ਦਾ ਕੋਈ ਲੈਣਾ ਦੇਣਾ ਰਿਹਾ ਨਹੀਂਗਾ। ਉਸੇ ਦੇ ਵਿੱਚੋਂ ਹੈ ਕਿ ਇਕੱਲਾ ਇੱਥੋਂ ਪੰਜਾਬੀ ਯੂਨੀਵਰਸਿਟੀ ਦੇ ਨਤੀਜਿਆਂ ਦਾ ਨਹੀਂ ਮਸਲਾ ਹੈਗਾ, ਪੂਰੀ ਇੰਡੀਆ ਦੇ ਵਿੱਚ ਤੁਸੀਂ ਬਿਹਾਰ ਦੇ ਵਿੱਚ ਦੇਖੋ, ਹੋਰ ਵੀ ਜਿਹੜੀਆਂ ਯੂਨੀਵਰਸਿਟੀਜ਼ ਨੇ, ਇੱਕ ਟ੍ਰੈਂਡ ਬਣ ਗਿਆ ਕਿ ਨਤੀਜੇ ਲੇਟ ਹੋਣ। ਉਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਇਹ ਹੋ ਜਾਂਦਾ, ਮੰਨ ਲਓ ਵੀ ਜੇ ਪੰਜਾਬੀ ਯੂਨੀਵਰਸਿਟੀ ਹੈ ਤਾਂ ਪੰਜਾਬੀ ਯੂਨੀਵਰਸਿਟੀ 'ਚ ਐਡਮਿਸ਼ਨ ਲਈ ਹੈ ਤਾਂ ਉਹ ਹਲਫੀਆ ਬਿਆਨ ਦੇ ਨਾਲ ਜਾਂ ਇੱਕ ਐਪਲੀਕੇਸ਼ਨ ਲਿਖ ਕੇ ਇਹ ਕਹਿ ਦਿੱਤਾ ਜਾਂਦਾ ਵੀ ਯਾਰ ਜਿੰਨਾ ਤੱਕ ਸਾਡੀ ਐਡਮਿਸ਼ਨ ਸਾਡਾ ਰਿਜ਼ਲਟ ਨਹੀਂ ਆਉਂਦਾ, ਜੇ ਰਿਜ਼ਲਟ ਦੇ ਵਿੱਚ ਸਾਡੀ ਕੋਈ ਦਿੱਕਤ ਆ ਜਾਂਦੀ ਹੈ ਤਾਂ ਸਾਡਾ ਦਾਖਲਾ ਜਿਹੜਾ ਉਹ ਰੱਦ ਕੀਤਾ ਜਾਵੇ, ਉਹਨੂੰ ਮਿਲ ਜਾਂਦੀ ਹੈ ਉਹਨੂੰ ਐਡਮਿਸ਼ਨ। ਪਰ ਮਸਲਾ ਇਹ ਹੈ ਕਿ ਜਦੋਂ ਮੈਰਿਟ ਦੇ ਉੱਤੇ ਹੈਗਾ ਆ ਸਾਰਾ ਕੁਝ, ਜੇ ਉੱਥੇ ਨਤੀਜੇ ਨਾ ਐਲਾਨੇ ਜਾਣ ਤੇ ਫਿਰ ਐਡਮਿਸ਼ਨ ਕਿਵੇਂ ਮਿਲੂਗੀ। ਸੋ ਸਮੱਸਿਆਵਾਂ ਇਹਦੇ ਨਾਲ ਮਤਲਬ ਇਹ ਇੱਕ ਰੂਟ ਕਾਜ਼ ਆ, ਇਹਦੇ ਨਾਲ ਬਹੁਤ ਜ਼ਿਆਦਾ ਸਮੱਸਿਆਵਾਂ ਵੱਧ ਜਾਂਦੀਆਂ ਨੇ ਵਿਦਿਆਰਥੀਆਂ ਦੇ ਜੇ ਨਤੀਜੇ ਨਾ ਆਉਣ ਤਾਂ। ਗੱਲ ਕਰੀਏ ਕਿ ਪਹਿਲਾਂ ਤਾਂ ਵਿਦਿਆਰਥੀ ਆਪਣੇ ਜਿਹੜੀਆਂ ਪ੍ਰੀਖਿਆਵਾਂ ਦਿੰਦੇ ਨੇ ਤੇ ਉਸ ਤੋਂ ਬਾਅਦ ਜੇ ਅਗਲੀ ਕਲਾਸ 'ਚੋਂ ਐਡਮਿਸ਼ਨ ਲੈ ਲੈਂਦੇ, ਪਹਿਲਾਂ ਐਡਮਿਸ਼ਨ ਹੀ ਬਹੁਤ ਔਖੀ ਮਿਲਦੀ ਆ ਤੇ ਹੁਣ ਉਹਨਾਂ ਬੱਚਿਆਂ ਦੀ ਜਿਹੜੀ ਐਡਮਿਸ਼ਨ ਰੱਦ ਕਰੀਆਂ ਜਾ ਰਹੀਆਂ, ਇਹ ਤਾਂ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਿਦਿਆਰਥੀਆਂ ਨਾਲ। ਤੁਹਾਡੀ ਜਥੇਬੰਦੀ ਇਸ ਪ੍ਰਤੀ ਕੀ ਆਵਾਜ਼ ਬੁਲੰਦ ਕਰੇਗੀ ਆਉਣ ਵਾਲੇ ਸਮੇਂ 'ਚ? ਦੇਖੋ, ਹਜੇ ਤੱਕ ਤਾਂ ਉਹਨਾਂ ਵਿਦਿਆਰਥੀਆਂ ਨੇ ਜਥੇਬੰਦੀਆਂ ਦੇ ਨਾਲ ਜਾਂ ਇਵਨ ਕਿ ਸਾਡੀ ਜਥੇਬੰਦੀ ਨਾਲ ਸੰਪਰਕ ਨਹੀਂ ਕੀਤਾ ਜਿਨ੍ਹਾਂ ਦੇ ਨਤੀਜੇ ਇਸ ਤਰੀਕੇ ਨਾਲ ਰੱਦ ਹੋਏ, ਦਾਖਲੇ ਰੱਦ ਹੋਏ ਹੈ। ਪਰ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਸ਼ਾ ਆ, ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜੇ ਵਿਦਿਆਰਥੀਆਂ ਦੇ ਨਤੀਜੇ ਜਿਹੜੇ ਦਾਖਲੇ ਆ ਉਹ ਸਿਰਫ ਇਸ ਕਰਕੇ ਰੱਦ ਹੋ ਜਾਣ ਕਿ ਪਿਛਲੀ ਕਲਾਸ ਦਾ ਨਤੀਜਾ ਨਹੀਂ ਆਇਆ ਹੋਇਆ ਤੇ ਇਹਦੇ 'ਚ ਉਹਨਾਂ ਦਾ ਕੋਈ ਕਸੂਰ ਹੈ ਨਹੀਂਗਾ। ਸੋ ਇਹਦੇ ਲਈ ਉਹਨਾਂ ਨੂੰ ਵੀ ਸੰਘਰਸ਼ ਕਰਨਾ ਚਾਹੀਦਾ ਤੇ ਸਾਨੂੰ ਵੀ ਮਤਲਬ ਇਹੀ ਹੈ ਕਿ ਇਹਦੇ ਉੱਤੇ ਇੱਕ ਲੜਾਈ ਹੋਣੀ ਚਾਹੀਦੀ ਹੈ, ਫਾਈਟ ਹੋਣੀ ਚਾਹੀਦੀ ਹੈ। ਉਹ ਪਹਿਲਾਂ ਮਤਲਬ ਅਥਾਰਟੀ ਦੇ ਨਾਲ, ਪ੍ਰਸ਼ਾਸਨ ਦੇ ਨਾਲ ਗੱਲਬਾਤ ਦੇ ਵਿੱਚੋਂ ਜੇ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਵਿਦਿਆਰਥੀਆਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਚਾਹੀਦਾ। ਜਿੱਥੇ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਆਈਲੈਟਸ ਵਗੈਰਾ ਤੋਂ ਅਸੀਂ ਹਟਾ ਕੇ ਬੱਚਿਆਂ ਨੂੰ ਇੱਥੇ ਜਿਹੜਾ ਜੌਬ ਦੇਵਾਂਗੇ, ਪਰ ਜਿਹੜਾ ਨਤੀਜੇ ਬੱਚਿਆਂ ਦੇ ਆਏ ਨਹੀਂ ਹੈਗੇ ਹੁਣ ਤੱਕ, ਕਿ ਸਰਕਾਰ ਦਾ ਕੀ ਇਸ ਵੱਲ ਕੋਈ ਧਿਆਨ ਨਹੀਂ ਗਿਆ? ਕਿਉਂਕਿ ਸਾਡੇ ਕੋਲ ਐਪਲੀਕੇਸ਼ਨਾਂ ਵੀ ਨੇ, ਜਿਹੜੇ ਬੱਚਿਆਂ ਨੇ ਐਪਲੀਕੇਸ਼ਨਾਂ ਲਿਖ ਕੇ ਦਿੱਤੀਆਂ ਅੱਗੇ ਵੀ ਸਾਡੀ ਐਡਮਿਸ਼ਨ ਤਾਂ ਰੱਦ ਕਰ ਦਿੱਤੀ ਜਾਵੇ ਜੇਕਰ ਨਤੀਜਾ ਮੇਰਾ ਸਹੀ ਨਹੀਂ ਆਉਂਦਾ, ਤੇ ਅਜਿਹਾ ਕਿਉਂ ਹੋ ਰਿਹਾ? ਦੇਖੋ, ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਜੇ ਐਡਮਿਸ਼ਨ ਲੈਣੀ ਹੈ ਅਗਲੀ ਕਲਾਸ ਦੇ ਵਿੱਚ ਤਾਂ ਪਿਛਲਾ ਜਿਹੜਾ ਆ ਉਹ ਨਤੀਜਾ ਆਉਣਾ ਜ਼ਰੂਰੀ ਹੈ। ਜੇ ਤੁਸੀਂ ਮਸਲਾ ਇਹ ਹੈ ਵੀ ਉਹਨਾਂ ਕੋਰਸਾਂ ਦੇ ਵਿੱਚ ਆ ਇਹ ਜਿਹੜੀ ਤੁਸੀਂ ਐਪਲੀਕੇਸ਼ਨ ਦੀ ਗੱਲ ਕਰ ਰਹੇ ਹੋ ਜਿੱਥੇ ਸੀਟਾਂ ਖਾਲੀ ਰਹਿ ਜਾਂਦੀਆਂ ਨੇ, ਇਹ ਵੀ ਉੱਥੇ ਹੈ ਵੀ ਅਸੀਂ ਜਿੱਥੇ ਸੀਟਾਂ ਖਾਲੀ ਨਹੀਂ ਰਹਿੰਦੀਆਂ, ਮਤਲਬ ਵਿਦਿਆਰਥੀ ਸੀਟਾਂ ਨਾਲ ਵੱਧ ਅਪਲਾਈ ਕਰਦੇ ਆ, ਨਹੀਂ ਉਹਨਾਂ ਦੀ ਤਾਂ ਐਡਮਿਸ਼ਨ ਹੀ ਨਹੀਂ ਹੁੰਦੀ। ਉਹਨਾਂ ਦੀ ਐਡਮਿਸ਼ਨ ਹੋਈ ਵੀ ਆ, ਮੇਰੇ ਕੋਲ 1-2 ਐਪਲੀਕੇਸ਼ਨ ਵੀ ਆ, ਉਹਨਾਂ ਦੇ ਪਹਿਲੇ ਨੰਬਰਾਂ 'ਚ ਹੀ ਐਡਮਿਸ਼ਨ ਹੋ ਗਈ ਸੀ, ਪਰ ਹੁਣ ਉਹਨਾਂ ਦਾ ਨਤੀਜਾ ਨਹੀਂ ਆਇਆ। 8ਵਾਂ ਮਹੀਨਾ 11ਵਾਂ ਮਹੀਨਾ ਚੱਲ ਗਿਆ ਇਹ, ਜਿਹੜੇ ਨਤੀਜੇ ਆਣੇ ਸੀਗੇ ਉਹਨਾਂ ਦਾ ਬਹੁਤ ਜ਼ਿਆਦਾ ਲੇਟ ਹੋ ਰਹੇ ਆ।
ਤੇ ਪਰ ਹੁਣ ਵੀ ਉਹਨਾਂ ਨੂੰ ਜਿਹੜੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਯੂਨੀਵਰਸਿਟੀ ਕਿਉਂ ਨਹੀਂ ਇਸ ਵੱਲ ਧਿਆਨ ਦੇ ਰਹੀ? ਦੇਖੋ, ਪਹਿਲੀ ਗੱਲ ਤਾਂ ਤੁਸੀਂ ਪਹਿਲਾਂ ਪਿਛਲੇ ਸਵਾਲ ਦੇ ਵਿੱਚ ਤੁਸੀਂ ਸਰਕਾਰ ਬਾਰੇ ਗੱਲ ਕੀਤੀ ਸੀ। ਇਸ ਵਾਰ ਵੀ ਜਿਹੜਾ ਆ ਉਹ ਮਤਲਬ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਬਣਦੀ ਹੈ। ਜੇ ਯੂਨੀਵਰਸਿਟੀ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਤੇ ਇਹਦੇ ਵਿੱਚ ਪ੍ਰਸ਼ਾਸਨ ਨੂੰ, ਜੇ ਮੰਨ ਲਓ ਕੰਟਰੋਲਰ ਐਗਜ਼ਾਮੀਨੇਸ਼ਨ ਦੇ ਧਿਆਨ ਦੇ ਵਿੱਚ ਇਹ ਮਸਲਾ ਨਹੀਂਗਾ, ਤਾਂ ਕੰਟਰੋਲਰ ਐਗਜ਼ਾਮੀਨੇਸ਼ਨ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ। ਜੇ ਈਵਨ ਕਿ ਉਹਦੇ ਧਿਆਨ ਦੇ ਵਿੱਚ ਹੈਗਾ ਆ ਤੇ ਬਾਅਦ ਦੇ ਵਿੱਚ ਤਾਂ ਵੀ ਇਹ ਸਾਰਾ ਕੁਝ ਨਹੀਂ ਹੋ ਰਿਹਾ, ਤਾਂ ਵਾਈਸ ਚਾਂਸਲਰ ਨੂੰ ਇਹਦੇ ਵਿੱਚ ਫੌਰਨ ਤੌਰ ਦੇ ਉੱਤੇ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਨਹੀਂ ਤਾਂ ਵਿਦਿਆਰਥੀਆਂ ਕੋਲ ਰਾਹ ਖੁੱਲੇ ਹੁੰਦੇ ਆ, ਹਮੇਸ਼ਾ ਹੀ ਉਹਨਾਂ ਨੂੰ ਸੰਘਰਸ਼ ਕਰਨਾ ਚਾਹੀਦਾ। ਬਾਕੀ ਰਹੀ ਸਰਕਾਰ ਦੀ ਗੱਲ, ਸਰਕਾਰ ਤੁਸੀਂ ਮਤਲਬ ਸਰਕਾਰਾਂ ਬਦਲਦੀਆਂ ਰਹਿੰਦੀਆਂ, ਕਦੀ ਕਿਸੇ ਦੀ ਕਦੀ ਕਿਸੇ ਦੀ ਕਦੀ ਕਿਸੇ ਦੀ। ਜੇ ਅੱਜ ਵੀ ਵਿਦਿਆਰਥੀਆਂ ਨੂੰ ਦਿੱਕਤ ਆ ਰਹੀ ਹੈ ਤੇ ਇਹਦਾ ਮਤਲਬ ਇਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਦੀ ਵਿੱਦਿਆ ਦਾ ਪ੍ਰਬੰਧ ਉਹਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ, ਤੇ ਉਹੀ ਕੰਮ ਇਹਦੇ ਵਿੱਚ, ਕਿਉਂਕਿ ਹੁਣ ਤਾਂ ਇੱਕ ਲੰਬਾ ਵਕਫਾ ਹੋ ਗਿਆ। ਪਹਿਲਾਂ ਸਾਨੂੰ 2 ਮਹੀਨੇ ਹੋਏ ਜਾਂ 3 ਮਹੀਨੇ ਹੋਏ, ਇੱਕ ਲੰਬਾ ਜਿਹੜਾ ਪੀਰੀਅਡ ਆ ਉਹ ਲੰਘ ਗਿਆ ਸਰਕਾਰ ਬਣੀ ਨੂੰ, ਤੇ ਹਜੇ ਵੀ ਜੇ ਸਮੱਸਿਆਵਾਂ ਨੇ ਤਾਂ ਫਿਰ ਇੱਕੋ ਇੱਕ ਗੱਲ ਕਹੀ ਜਾ ਸਕਦੀ ਹੈ, ਇਸ ਸਰਕਾਰ ਦਾ ਵੀ ਧਿਆਨ ਵਿਦਿਆਰਥੀਆਂ ਤੇ ਵਿੱਦਿਅਕ ਅਦਾਰਿਆਂ ਪ੍ਰਤੀ ਨਹੀਂ ਗਾ। ਬਰਿੰਦਰ ਜੀ, ਜੇਕਰ ਵਿਦਿਆਰਥੀ ਤੁਹਾਡੇ ਤੱਕ ਪਹੁੰਚ ਕਰਦੇ ਨੇ, ਤੁਸੀਂ ਇਹ ਕੀ ਐਕਸ਼ਨ ਲਓਗੇ? ਦੇਖੋ, ਵਿਦਿਆਰਥੀ ਪਹੁੰਚ ਕਰਦੇ ਆ ਤਾਂ ਇਹਦੇ ਲਈ ਐਕਸ਼ਨ ਇਹ ਹੈ ਕਿ ਸਾਨੂੰ ਪ੍ਰਸ਼ਾਸਨ ਨਾਲ ਗੱਲਬਾਤ ਦੇ ਦੌਰ ਉਹਦੇ ਵਿੱਚ ਪੈਣਾ ਚਾਹੀਦਾ। ਸਾਨੂੰ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਨਤੀਜੇ ਛੇਤੀ ਐਲਾਨੇ ਜਾਣ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ। ਤੇ ਜੇ ਨਹੀਂ ਹੁੰਦਾ ਤੇ ਵਿਦਿਆਰਥੀਆਂ ਨੂੰ ਸੰਘਰਸ਼, ਮੈਂ ਪਹਿਲਾਂ ਹੀ ਕਿਹਾ ਕਿ ਵਿਦਿਆਰਥੀਆਂ ਨੂੰ ਤੇ ਵਿਦਿਆਰਥੀ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਏਗਾ। ਸੋ ਬਰਿੰਦਰ ਜੀ ਸਨ ਜਿਨ੍ਹਾਂ ਨੇ ਦੱਸਿਆ ਕਿ ਜੋ ਵਿਦਿਆਰਥੀਆਂ ਨੂੰ ਸਮੱਸਿਆ ਆ ਰਹੀ ਹੈ ਕਿ ਜਿਨ੍ਹਾਂ ਦੇ ਨਤੀਜੇ ਨਾ ਆਉਣ ਕਾਰਨ ਅਗਲੀਆਂ ਕਲਾਸਾਂ 'ਚੋਂ ਜਿਹੜੇ ਆ ਫੀਸਾਂ ਜਾਂ ਉਹਨਾਂ ਦੇ ਜਿਹੜੀ ਕਹਿ ਸਕਦੇ ਆ ਕਿ ਐਡਮਿਸ਼ਨ ਆ ਉਹ ਰੱਦ ਕੀਤੀ ਜਾ ਰਹੀ ਹੈ। ਸੋ ਕਿਤੇ ਨਾ ਕਿਤੇ ਵੱਡੀ ਸਮੱਸਿਆ। ਸੋ ਬਰਿੰਦਰ ਜੀ ਨੇ ਸਾਰਾ ਦੱਸਿਆ ਹੀ ਆ ਕਿ ਉਹ ਵੀ ਜੇਕਰ ਉਹਨਾਂ ਤੱਕ ਵਿਦਿਆਰਥੀ ਪਹੁੰਚਣਗੇ ਤਾਂ ਉਹ ਇਸ ਪ੍ਰਤੀ ਜ਼ਰੂਰ ਸੰਘਰਸ਼ ਕਰਨਗੇ ਤੇ ਵਿਦਿਆਰਥੀਆਂ ਦੇ ਹੱਕ ਵਿੱਚ ਡਟਣਗੇ।